18 ਫਰਵਰੀ ਨੂੰ 700 ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋਣ ਦੇ ਲਈ ਜਾਣਾ ਸੀ ਤਾਂ ਜੋ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਈ ਜਾ ਸਕੇ। ਪਰ ਐਨ ਮੌਕੇ ਮੋਦੀ ਸਰਕਾਰ ਵੱਲੋਂ ਇਸ ਜਥੇ ਦੀ ਯਾਤਰਾ ਇੱਕ ਪੱਤਰ ਜਾਰੀ ਕਰਕੇ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਕਾਫੀ ਗੁੱਸੇ ਵਿੱਚ ਆਉਂਦੇ ਵਿਖਾਈ ਦੇ ਰਹੇ ਨੇ। ਪਹਿਲਾਂ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਫੈਸਲਾ ਬਦਲਣ ਦੀ ਮੰਗ ਕੀਤੀ, ਪਰ ਉਸ ਦਾ ਕੋਈ ਜਵਾਬ ਨਾ ਆਇਆ ਤਾਂ ਹੁਣ ਬੀਬੀ ਜਗੀਰ ਕੌਰ ਵੱਲੋਂ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ। ਕੀ ਹੈ ਇਹ ਕਦਮ ਅਤੇ ਕਿਉਂ ਚੁੱਕਿਆ ਗਿਆ ਹੈ, ਸੁਣੋ ਬੀਬੀ ਜਗੀਰ ਕੌਰ ਦੇ ਮੂੰਹੋਂ। ਸ਼ਰਧਾਲੂਆਂ ਨੂੰ ਕੇਵਲ ਜਾਣ ਵਾਲਿਆਂ ਨੂੰ ਪੀੜਾ ਹੀ ਨਹੀਂ ਹੋਈ, ਸਗੋਂ ਕਿਸੇ ਵੀ ਕੋਨੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਸੀ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ, ਮੇਰੇ ਖਿਆਲ ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਹੀ ਇੱਕ ਧੱਕਾ ਵੀ ਹੋਇਆ ਤੇ ਬੇਇਨਸਾਫੀ ਵੀ ਹੋਈ। ਕਿਉਂਕਿ ਉੱਥੋਂ ਦਾ ਇਤਿਹਾਸ ਕਿੰਨਾ ਦਿਲ ਹਿਲਾਉਣ ਵਾਲਾ, ਕਿੰਨਾ ਦਿਲ ਕਬਾਊ ਹੈ, ਕਿਸ ਤਰ੍ਹਾਂ ਦੀ ਤਸ਼ੱਦਦ ਉੱਥੇ ਹੋਇਆ, ਕਿਸ ਤਰ੍ਹਾਂ ਜਿਉਂਦਿਆਂ ਨੂੰ ਹੀ ਕੱਟ ਕੇ ਉੱਥੇ ਜਲਾਏ ਗਏ, ਕਿਸ ਤਰ੍ਹਾਂ ਗੋਲੀ ਚੱਲ ਕੇ ਸ਼ਹੀਦ ਹੋਏ, ਕਿਵੇਂ ਜੰਡ ਨਾਲ ਬੰਨ੍ਹ ਕੇ ਲਟਕਾ ਕੇ ਉੱਥੇ ਸਾੜਿਆ ਗਿਆ, ਕਿਸ ਤਰ੍ਹਾਂ ਭਾਈ ਲਛਮਣ ਸਿੰਘ ਦੀ ਗੱਲ ਆਉਂਦੀ ਹੈ, ਕਰਤਾਰ ਸਿੰਘ ਚੱਬਰ ਦੀ ਗੱਲ ਆਉਂਦੀ ਹੈ, ਸਰਦਾਰ ਦਲੀਪ ਸਿੰਘ ਦੀ ਆਉਂਦੀ ਹੈ, ਜਾਂ ਨਾਲ 260 ਸਾਰਿਆਂ ਦੀ ਗੱਲ ਆਉਂਦੀ ਹੈ। ਅਤੇ ਸਭ ਤੋਂ ਵੱਡਾ ਦਰਦ ਜਿਹੜਾ ਦਿਲ ਹਿਲਾਉਣ ਵਾਲਾ ਜਿਹੜਾ ਕੰਬਾਊ ਇੱਕ ਸੀਨ ਬਣਦਾ ਕਿ ਜਦੋਂ 8 ਸਾਲ ਦੇ ਬੱਚੇ ਦੀ ਵੀ ਗੱਲ ਆਉਂਦੀ ਹੈ ਤੇ ਬੰਦਾ ਹਿੱਲ ਕੇ ਰਹਿ ਜਾਂਦਾ ਕਿ ਏਡਾ ਵੱਡੇ ਤਸ਼ੱਦਦ ਹੋਏ ਹੈ। ਅਸੀਂ ਉਸ ਅਸਥਾਨ ਦੇ ਉੱਤੇ ਸਿਜਦਾ ਕਰਨ ਚੱਲੇ ਸੀ 100 ਸਾਲ ਦੀ ਸ਼ਤਾਬਦੀ ਮਨਾਉਣ ਵਾਸਤੇ। ਸਾਡਾ ਬੜਾ ਵੱਡਾ ਇਤਿਹਾਸਕ ਦਿਹਾੜਾ ਸੀ, ਇਸ ਕਰਕੇ ਇਹ ਜਿੱਥੇ ਸਾਡਾ ਮਨ ਪੀੜਤ ਹੋਇਆ, ਜਿੱਥੇ ਸਾਡੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਜਿੱਥੇ ਸਾਡਾ ਭਾਵਨਾਵਾਂ ਕਤਲ ਹੋਈਆਂ, ਉੱਥੇ ਅਸੀਂ ਕੱਲ੍ਹ ਫਿਰ ਮੈਂ ਚਿੱਠੀ ਲਿਖੀ ਸੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਅਤੇ ਮਾਨਯੋਗ ਗ੍ਰਹਿ ਮੰਤਰਾਲੇ ਨੂੰ, ਅਤੇ ਮੈਂ ਇਹੀ ਮੰਗ ਕੀਤੀ ਸੀ ਕਿ ਅਜੇ ਵੀ ਸਮਾਂ ਹੈ, ਜੇ ਤੁਸੀਂ ਇੱਕ ਵਾਰੀ ਫਿਰ ਰਿਵਿਊ ਕਰਕੇ ਆਪਣੀ ਵਿਚਾਰ ਨੂੰ ਚੇਂਜ ਕਰਕੇ ਅਤੇ ਸਾਡੀ ਫਰਿਆਦ ਨੂੰ ਸੁਣਦਿਆਂ ਹੋਇਆਂ ਅਲਾਓ ਕਰ ਦਿੱਤਾ ਜਾਵੇ, ਅਤੇ ਅਸੀਂ ਜਿਹੜੇ ਪਾਕਿਸਤਾਨ ਵਿੱਚ ਕੀਰਤਨੀ ਜਥਿਆਂ ਨੂੰ ਉਡੀਕ ਰਹੇ ਹੈ, ਪ੍ਰਚਾਰਕਾਂ ਨੂੰ ਉਡੀਕ ਰਹੇ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਕੋਲੋਂ ਕੀਰਤਨੀ ਜਥੇ ਮੰਗੇ ਹੈ। 3 ਜਥੇ ਅਸੀਂ ਲੈ ਕੇ ਜਾ ਰਹੇ ਸੀ, ਬਹੁਤ ਸਾਰਾ ਸਾਜੋ ਸਮਾਨ ਜਿਹੜਾ ਉਹਨਾਂ ਨੇ ਸੰਬੰਧਿਤ ਕੀਰਤਨ ਨਾਲ ਜਾਂ ਸੈਂਚੀਆਂ ਗੁਟਕੇ ਉਹ ਮੰਗੇ ਸਨ, ਉਹ ਲੈ ਕੇ ਜਾ ਰਹੇ ਸੀ। ਉਹ ਸਾਰੀਆਂ ਚੀਜ਼ਾਂ ਅਸੀਂ ਤਾਂ ਚਿੱਠੀ ਲਿਖੀ ਸੀ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਬਹੁਤ ਜ਼ਿੰਮੇਵਾਰੀ ਵਾਲੀ ਥਾਂ ਦੇ ਉੱਤੇ ਬੈਠੇ ਹੈ, ਗ੍ਰਹਿ ਮੰਤਰੀ ਜੀ ਬੜੀ ਜ਼ਿੰਮੇਵਾਰੀ ਦੀ ਪੋਸਟ 'ਤੇ ਬੈਠੇ ਹੈ, ਅਤੇ ਉਹਨਾਂ ਨੇ ਜੇ ਦੁਬਾਰਾ ਵਿਚਾਰ ਕਰਕੇ ਸਾਨੂੰ ਅਲਾਓ ਕਰ ਦੇਣ ਅਤੇ ਅਸੀਂ ਜੇ 19 ਨੂੰ ਨਹੀਂ 20 ਨੂੰ ਕਮ ਸੇ ਕਮ 21 ਵਾਲੇ ਦਿਨ ਜਾ ਕੇ ਉੱਥੇ ਆਪਣੇ ਆਸਥਾ ਜਿਹੜੀ ਉਹ ਜ਼ਾਹਰ ਕਰ ਸਕੀਏ। ਪਰ ਅਜੇ ਤੱਕ ਵੀ ਕੋਈ ਜਵਾਬ ਨਹੀਂ ਆਇਆ। ਅਸੀਂ ਅੱਜ ਵੀ ਉਡੀਕ ਰਹੇ ਹਾਂ ਵੀ ਸ਼ਾਇਦ ਕੋਈ ਸ਼ਾਮ ਤੱਕ ਵਾਹਿਗੁਰੂ ਕਿਰਪਾ ਕਰ ਦੇਵੇ ਅਤੇ ਕੋਈ ਜਵਾਬ ਆ ਜਾਏ, ਕਿਉਂਕਿ ਬਹੁਤ ਸਾਰੇ ਪ੍ਰੈਸ ਵਾਲੇ ਵੀ ਮੈਨੂੰ ਪੁੱਛ ਰਹੇ ਸੀ ਵੀ ਲੱਗਦਾ ਹੈ ਕਿ ਸ਼ਾਇਦ ਉਹ ਵਿਚਾਰ ਕਰਕੇ ਤੁਹਾਨੂੰ ਦੇ ਦੇਣ। ਅਸੀਂ ਵੀ ਉਹ ਉਡੀਕ ਕਰ ਰਹੇ ਹਾਂ। ਸਾਡਾ ਸਮਾਗਮ 19 ਤੋਂ 21 ਜਿਹੜਾ ਇੱਥੇ ਪਿੰਡ ਗੋਦਰਪੁਰ ਭਾਈ ਲਛਮਣ ਸਿੰਘ ਜੀ ਦੇ ਸ਼ਹੀਦ ਭਾਈ ਲਛਮਣ ਸਿੰਘ ਦੇ ਪਿੰਡ 'ਚ ਹੈ, ਉਹ ਅੱਜ ਸ਼ੁਰੂ ਹੋ ਗਿਆ। ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਅਤੇ ਬੜਾ ਹੀ ਵਿਰਾਗਮਈ ਸਾਰਿਆਂ ਦੇ ਦਿਲ ਨੂੰ ਇਹ ਜਿਹੜੀ ਹੈ ਅੱਜ ਆਸਥਾ ਬਣੀ ਹੋਈ। ਸੋ ਅੱਜ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਸਾਡੇ ਇਤਿਹਾਸ ਤੋਂ ਹੋ ਤਾਂ ਨਹੀਂ ਸਕਦਾ ਕਿ ਪ੍ਰਧਾਨ ਮੰਤਰੀ ਜੀ ਜਾਣੂ ਨਾ ਹੋ ਤਾਂ ਨਹੀਂ ਸਕਦਾ ਕਿ ਏਡੀਆਂ ਵੱਡੀਆਂ ਪੋਜੀਸ਼ਨਾਂ 'ਤੇ ਬੈਠੀਆਂ ਸਾਡੀਆਂ ਸ਼ਖਸੀਅਤਾਂ ਇਸ ਤੋਂ ਜਾਣੂ ਨਾ ਹੋਣ। ਮੈਨੂੰ ਆਸ ਹੈ ਕਿ ਉਹਨਾਂ ਨੂੰ ਇਸ ਇਤਿਹਾਸ ਦਾ, ਇਸ ਗੌਰਵਮਈ ਇਤਿਹਾਸ ਦਾ, ਇਹਨਾਂ ਸ਼ਹਾਦਤਾਂ ਦਾ ਜ਼ਰੂਰ ਗਿਆਨ ਹੋਵੇਗਾ। ਪਰ ਫਿਰ ਵੀ ਜੇ ਉਹਨਾਂ ਨੇ ਸਾਡਾ ਇਨਸਾਫ ਨਹੀਂ ਕੀਤਾ, ਇਹਦਾ ਕਾਰਨ ਕੀ ਹੈ? ਉਹਦੇ ਵਾਸਤੇ ਮੈਂ ਅੱਜ 8 ਕੁ ਕਿਤਾਬਾਂ ਦਾ ਸੈੱਟ, ਜਿਹੜਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਿਤ ਹਨ, ਭਾਵੇਂ ਉਹ ਨਨਕਾਣਾ ਸਾਹਿਬ ਦਾ ਸਾਕਾ, ਭਾਵੇਂ ਉਹ ਜੈਤੋ ਕੇ ਮੋਰਚੇ ਦਾ, ਭਾਵੇਂ ਗੁਰੂ ਕੇ ਬਾਗ ਦਾ, ਭਾਵੇਂ ਅਕਾਲੀ ਮੋਰਚਿਆਂ ਦਾ, ਭਾਵੇਂ ਸਾਡੇ ਉੱਥੋਂ ਦੇ ਉਸ ਵੇਲੇ ਦੇ ਜਿਨ੍ਹਾਂ ਦਾ ਅੱਖੀ ਡਿੱਠਾ ਹਾਲ ਸੀਗਾ, ਉਹ ਕਿਤਾਬਾਂ ਲਿਖੀਆਂ। ਉਹ ਸਾਰੀਆਂ 8 ਕਿਤਾਬਾਂ ਦਾ ਸੈੱਟ ਬਣਾ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ, ਮਾਨਯੋਗ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ, ਅਤੇ ਨਾਲ ਮੈਂ ਬਕਾਇਦਾ ਸਕੱਤਰ ਦੀ ਡਿਊਟੀ ਲਾ ਰਹੀ ਹਾਂ ਕਿ ਉਹ ਉੱਥੇ ਜਾ ਕੇ ਸਾਡਾ ਮੀਤ ਸਕੱਤਰ ਆਪ ਜਾ ਕੇ ਦਫ਼ਤਰ ਵਿੱਚ ਦੇ ਕੇ ਆਉਣ ਕਿ ਪ੍ਰਧਾਨ ਮੰਤਰੀ ਜੀ ਇੱਕ ਵਾਰੀ
ਸਾਡੇ ਇਤਿਹਾਸ ਨੂੰ ਜ਼ਰੂਰ ਖੋਜ ਕੇ ਦੇਖੋ ਕਿ ਜਿਹੜਾ ਤੁਸੀਂ ਸਾਨੂੰ ਅੱਜ ਜਵਾਬ ਦਿੱਤਾ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਕਿ ਇਹ ਜਾਇਜ਼ ਹੈ, ਕਿ ਇਹ ਸਾਡੇ ਵਾਸਤੇ ਦੁਖਦਾਈ ਨਹੀਂ, ਕਿ ਸਾਡੇ ਨਾਲ ਬੇਇਨਸਾਫੀ ਨਹੀਂ, ਕਿ ਸਾਡੇ ਨਾਲ ਧੱਕਾ ਨਹੀਂ, ਕਿ ਸਾਨੂੰ ਇਹ ਸੱਟ ਨਹੀਂ ਵੱਜੀ। ਜੇ ਉਹ ਇਤਿਹਾਸ ਨੂੰ ਖੋਜ ਲੈਣ, ਜੇ ਉਹਨੂੰ ਇੱਕ ਵਾਰੀ ਝਾਤ ਮਾਰ ਲੈਣ, ਸ਼ਾਇਦ ਉਹਨਾਂ ਦਾ ਵੀ ਮਨ ਕੰਬ ਜਾਵੇ। ਸੋ ਉਸ ਇਤਿਹਾਸ ਨੂੰ ਉਹਨਾਂ ਦੇ ਨਜ਼ਰ ਵਿੱਚ ਲਿਆਉਣ ਵਾਸਤੇ ਅਸੀਂ ਅੱਜ ਬੁੱਕ ਸੈੱਟ ਭੇਜ ਰਹੇ ਹਾਂ। ਸੋ ਇਹ ਚਿੱਠੀ ਨਾਲ ਦੇ ਕੇ ਭੇਜ ਰਹੀ ਹਾਂ ਮੈਂ ਕਿ ਆਹ ਸਾਡੀ ਪੀੜਾ ਸੀ, ਇਹ ਕਿਤਾਬਾਂ ਤੁਹਾਡੇ ਕੋਲ ਆ ਰਹੀਆਂ ਨੇ, ਕਿਰਪਾ ਕਰਕੇ ਇਹਨੂੰ ਇੱਕ ਵਾਰੀ ਆਪਣੀਆਂ ਅੱਖਾਂ 'ਚੋਂ ਕੱਢ ਲਓ ਜਾਂ ਆਪਣੇ ਧਿਆਨ 'ਚ ਲਿਆਓ, ਧਿਆਨ ਗੋਚਰੀ ਕਰਕੇ ਇਹ ਤੋਂ ਮਹਿਸੂਸ ਕਰੋ ਕਿ ਅਸੀਂ ਗਲਤ ਸੀ। ਜੇ ਅਸੀਂ ਗਲਤ ਕਿਹਾ ਹੋਵੇ ਜਾਂ ਸਾਡੀ ਫਰਿਆਦ ਗਲਤ ਹੋਵੇ, ਜੇ ਸਾਡੀ ਮੰਗ ਗਲਤ ਹੋਵੇ, ਜਾਂ ਅਸੀਂ ਕੋਈ ਸ਼ਬਦ ਇਹਦੇ ਵਿੱਚ ਪੀੜਤ ਹੋ ਕੇ ਕੋਈ ਐਸੀ ਗੱਲ ਕਹਿ ਦਿੱਤੀ ਹੋਵੇ, ਤੁਹਾਨੂੰ ਤੁਸੀਂ ਲੱਗਦਾ ਹੋਵੇ ਤੁਹਾਨੂੰ ਕਿ ਅਸੀਂ ਝੂਠ ਬੋਲ ਰਹੇ ਹਾਂ ਜਾਂ ਗਲਤ ਹੈ, ਤੇ ਸ਼ਾਇਦ ਅਸੀਂ ਸਮਝਾਂਗੇ ਕਿ ਅਸੀਂ ਵੀ ਕੋਈ ਐਸੀ ਗੱਲ ਕੀਤੀ ਹੋਵੇ। ਪਰ ਮੈਂ ਸਮਝਦੀ ਹਾਂ ਕਿ ਇਹ ਮੈਂ ਆਪਣਾ ਫਰਜ਼ ਸਮਝਿਆ ਕਿ ਇਤਿਹਾਸਕ ਕਿਤਾਬਾਂ ਜ਼ਰੂਰ ਮੈਂ ਪ੍ਰਧਾਨ ਮੰਤਰੀ ਜੀ ਦੇ ਧਿਆਨ ਵਿੱਚ ਲਿਆ। ਇਹ ਸਵਾਲ ਤੇ ਉਹਨਾਂ ਨੂੰ ਬਣਦਾ ਹੈ। ਮੈਂ ਤੇ ਆਪਣੀ ਆਸਥਾ ਤੇ ਆਪਣੇ ਮਨ ਦੀ ਭਾਵਨਾ ਜ਼ਾਹਰ ਕਰ ਸਕਦੀ ਹਾਂ ਜਿਹੜੀ ਸਾਨੂੰ ਸੱਟ ਵੱਜੀ ਹੈ। ਔਰ ਸੱਚੀ ਜਾਣਿਓ ਸਾਡਾ ਅਜੇ ਤੱਕ ਮੂਡ ਹੀ ਜਿਹੜਾ ਮਨ ਹੀ ਨਹੀਂ ਖੁਸ਼ ਹੋ ਰਿਹਾ। ਮੈਂ ਇੱਕ ਸੀਨੀਅਰ ਪੱਤਰਕਾਰ ਸੀ, ਮੈਂ ਮੇਰੀ ਇੰਟਰਵਿਊ ਲੈ ਰਿਹਾ ਸੀ ਤੇ ਉਹ ਵੀ ਇਮੋਸ਼ਨਲ ਹੋ ਕੇ ਅੱਖਾਂ 'ਚ ਪਾਣੀ ਆ ਗਿਆ ਸੁਣ ਕੇ। ਕਿਤਾਬਾਂ ਦਾ ਸੈੱਟ ਪੈਕ ਕਰਨ ਨੂੰ ਦਿੱਤੀਆਂ ਹੋ ਗਈਆਂ। ਮੈਂ ਬੋਲ ਦਿੰਨੀ ਹਾਂ ਜੀ, ਜਿਸ ਤਰ੍ਹਾਂ ਇਹ ਇੰਗਲਿਸ਼ ਦੀਆਂ ਚਾਰਾ ਕਰਨਾ ਤੇ ਫਰਜ਼ ਬਣਦਾ ਨਾ ਕਿ ਆਪਣੇ ਇਤਿਹਾਸ ਤੋਂ ਅਸੀਂ ਜਾਣੂ ਕਰਾ ਦਈਏ। ਇਹ ਬੁੱਕਸ ਨੇ ਜੀ, ਜਾਣਕਾਰੀ ਨਹੀਂ ਪ੍ਰਧਾਨ ਮੰਤਰੀ ਜੀ ਨੂੰ। ਮੈਂ ਤੇ ਕਹਿ ਰਹੀ ਹਾਂ ਪੰਜਾਬੀਆਂ ਦੀ ਸ਼ਹਾਦਤ ਬਾਰੇ ਜਾਣਕਾਰੀ, ਮੈਂ ਤੇ ਕਹਿ ਰਹੀ ਹਾਂ ਕਿ ਮੈਨੂੰ ਆਸ ਹੈ ਕਿ ਉਹਨੂੰ ਸਾਰਾ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਕਿ ਉਹ ਸਾਰੇ ਇਤਿਹਾਸ ਤੋਂ ਜਾਣੂ ਹੋਣਗੇ। ਪਰ ਮੈਂ ਆਪਣਾ ਫਰਜ਼ ਸਮਝਿਆ ਕਿ ਇੱਕ ਵਾਰੀ ਉਹਨਾਂ ਨੂੰ ਕਹਾਂ ਵੀ ਇੱਕ ਵਾਰੀ ਦੇਖ ਲਓ ਕਿਤੇ ਅਸੀਂ ਤਾਂ ਨਹੀਂ ਕੋਈ ਤੁਹਾਡੇ ਕੋਲੋਂ ਕੋਈ ਬਾਤ। ਜੋ ਵੀ ਘਟਨਾਕ੍ਰਮ ਇਸ ਵੇਲੇ ਵਾਪਰ ਰਿਹਾ, ਤੁਹਾਨੂੰ ਲੱਗਦਾ ਤੁਸੀਂ ਉਹਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਦੇਖ ਰਹੇ ਹੋ ਕਿ ਕਿਸਾਨਾਂ ਦੀ ਹਮਾਇਤ ਕਰਨੀ ਕਿਤੇ ਨਾ ਕਿਤੇ ਮਹਿੰਗੀ ਪੈ ਰਹੀ ਹੈ? ਕਿਉਂਕਿ ਸਿੰਘ ਸਾਹਿਬ ਨੇ ਵੀ ਇਸ ਵੇਲੇ ਗੱਲ ਮੈਂ ਤਾਂ ਸਿੱਧੀ ਇੱਕ ਗੱਲ ਕਹਿਣੀ ਹੈ ਜੀ ਕਿ ਅੱਜ ਸਿੱਖਾਂ ਨੂੰ ਜੇ ਕੋਈ ਵੀ ਬੇਇਨਸਾਫੀ ਹੋ ਰਹੀ ਹੈ, ਇਹਦਾ ਮਤਲਬ ਕਿ ਸਰਕਾਰਾਂ ਸਾਡੀਆਂ ਭਾਵਨਾਵਾਂ ਨੂੰ ਕੁਚਲ ਰਹੀਆਂ। ਉਹਨਾਂ ਦੀ ਮਨਸਾ ਕੀ ਹੈ ਮੈਂ ਦੂਜੇ ਦੇ ਦਿਲ ਦੇ ਅੰਦਰ ਦੀ ਗੱਲ ਨਹੀਂ ਦੱਸ ਸਕਦੀ। ਮੈਂ ਤੇ ਉਹਨਾਂ ਦੀ ਮਹਿਸੂਸ ਕਰ ਸਕਦੀ ਹਾਂ ਕਿ ਸਾਡਾ ਧੱਕਾ ਹੋ ਰਿਹਾ, ਸਾਡਾ ਬੇਇਨਸਾਫੀ ਹੋ ਰਹੀ ਹੈ। ਸਾਨੂੰ ਉਹਨਾਂ ਨੇ ਸਮਝਿਆ ਹੀ ਨਹੀਂ ਕਿ ਸਾਡੇ ਅੰਦਰ ਕੀ ਤੜਪ ਹੈ। ਕੀ ਅਸੀਂ ਸ਼ਹੀਦਾਂ ਨੂੰ ਯਾਦ ਨਹੀਂ ਕਰ ਸਕਦੇ? ਕਿ ਅਸੀਂ ਸਾਡੀ ਉਹ ਸੰਸਥਾ ਜਿਹੜੀ ਇਹਨਾਂ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲੀ ਹੋਵੇ, ਉਹਨਾਂ ਦੀਆਂ ਮਿੱਝ ਦੀ ਖੁਰਾਕ ਪਈ ਹੋਵੇ, ਫੁਲਵਾੜੀ ਸਾਡੀ ਸਿੰਜੀ ਗਈ ਹੋਵੇ, ਤੇ ਉਸ ਵੇਲੇ ਮਹਾਤਮਾ ਗਾਂਧੀ ਜੀ ਨੇ ਕਿਹਾ ਹੋਵੇ ਉੱਥੇ ਜਾ ਕੇ ਦੇਖ ਕੇ ਕਿ ਅੱਜ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਸਿੱਖਾਂ ਨੇ ਲੜ ਲਈ, ਸਿੱਖ ਜਿੱਤ ਗਏ। ਜੇ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਉਸ ਸਮੇਂ 'ਚ ਉਸ ਸੰਘਰਸ਼ ਵਿੱਚ ਜਿੱਤੀ ਗਈ ਹੈ, ਤੇ ਦੂਜੀ ਲੜਾਈ ਜਿਹੜੀ ਸੀ ਆਜ਼ਾਦੀ ਦੀ 70% ਇਹਨਾਂ ਸਿੱਖਾਂ ਨੇ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਹੋਣ, ਤੇ ਕੀ ਉਹਨਾਂ ਨੂੰ ਪਤਾ ਨਹੀਂ? ਸੋ ਅਸੀਂ ਤੇ ਆਪਣੀ ਗੱਲ ਆਪਣੀ ਕਿਸ ਢੰਗ ਨਾਲ ਅਸੀਂ ਪੇਸ਼ ਕਰੀਏ ਉਹਨਾਂ ਦੇ ਕੋਲ। ਬੇਗਮ ਮੀਠੀਆ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਇੰਦਰਾ ਗਾਂਧੀ ਰਸਤੇ ਤੁਰੀ ਹੈ। ਦੇਖੋ ਇਹ 'ਚ ਸ਼ੱਕ ਹੈ ਕੋਈ? ਜੇ ਉਹਦੀ ਗੱਲ ਕਰ ਲਈਏ ਤੇ 84 ਦੇ ਵਿੱਚ ਕਿੱਦਾਂ ਕਤਲੇਆਮ ਕੀਤਾ ਸੀ, ਸ਼ਰੇਆਮ ਦਿਨ ਦਿਹਾੜਿਆਂ ਵਿੱਚ ਹੀ ਕੋਹ ਕੇ ਮਾਰੇ ਸੀ ਲੋਕਾਂ ਨੂੰ, ਕਿੱਦਾਂ ਭੁੰਨੇ ਸੀਗੇ ਜਿਉਂਦਿਆਂ ਨੂੰ, ਕਿਵੇਂ ਉੱਥੇ ਲਾਸ਼ਾਂ ਉੱਤੇ ਢੇਰ ਵਿਛਾਏ ਸੀ, ਤੇ ਕਿੱਦਾਂ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੇ ਮਹਾਨ ਤਖਤ ਉੱਤੇ ਹਮਲਾ ਕਰ ਦਿੱਤਾ ਸੀਗਾ। ਸਾਰਾ ਸਰੋਵਰ ਲਹੂ ਲੁਹਾਨ ਹੋ ਗਿਆ ਸੀਗਾ, ਕਿਵੇਂ ਲਾਸ਼ਾਂ ਦੇ ਢੇਰ ਲੱਗੇ। ਉਦੋਂ ਵੀ ਆਸਥਾ ਇਹ ਸੀ ਕਿ ਸ਼ਰਧਾ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਤੇ ਅੱਜ ਇਹ ਜਿਹੜਾ ਕੀਤਾ ਜਾ ਰਿਹਾ ਹੈ, ਇਹ ਵੀ ਜਿਹੜਾ ਉਹੀ ਸਮਾਂ ਬਣ ਗਿਆ ਕਿ ਅੱਜ ਅਸੀਂ ਆਸਥਾ ਲੈ ਕੇ ਜਾ ਰਹੇ ਸੀ ਆਪਣੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ, ਉਹਨਾਂ ਦਾ ਇਤਿਹਾਸ ਕਾਇਮ ਕਰਨ ਵਾਸਤੇ, ਉਹਨਾਂ ਦਾ ਇਤਿਹਾਸ ਦੁਹਰਾਉਣ ਵਾਸਤੇ, ਉਹਨਾਂ ਕੋਲ ਸ਼ਕਤੀ ਲੈਣ ਵਾਸਤੇ, ਆਪਣੀ ਕੌਮ ਨੂੰ ਜਾਗਰੂਕ ਕਰਨ ਵਾਸਤੇ ਕਿ ਸਾਡੇ ਕੋਲ ਐਡਾ ਵੱਡਾ ਸਰਮਾਇਆ ਹੈ। ਸ਼ਹੀਦ ਕੇਵਲ ਉਹ ਇਕੱਲੇ ਸਿੱਖਾਂ ਲਈ ਨਹੀਂ ਸ਼ਹੀਦ ਹੋਏ ਸੀ, ਉਹ ਧਰਮ ਦੀ ਰਾਖੀ ਲਈ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਚੱਲੀ ਸੀ, ਸਾਰੇ ਧਰਮਾਂ ਦੀ ਰਾਖੀ ਹੁੰਦੀ ਹੈ ਸਮਝੀ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਸੀ, ਇਕੱਲੇ ਹਿੰਦੂਆਂ ਲਈ ਨਹੀਂ ਸੀ ਦਿੱਤੀ, ਉਹਨਾਂ ਨੇ ਧਰਮ ਦੀ ਚਾਦਰ ਬਣ ਕੇ ਇਹ ਦੱਸਿਆ ਸੀਗਾ ਕਿ ਕੋਈ ਵੀ ਧਰਮ ਦੇ ਉੱਤੇ ਜੇ ਕੋਈ ਮੁਸਲਮਾਨ ਵੀ ਇਹ ਕੰਮ ਕਰਨ ਤੇ ਮੈਂ ਉਹ ਵੀ ਨਹੀਂ ਚੱਲ ਸਕਦਾ, ਜੇ ਕੋਈ ਹਿੰਦੂ ਵੀ ਕਰੇ ਤੇ ਮੈਂ ਦਿੱਲੀ ਚ ਬੈਠੇ ਜੋ ਹੋਰ ਕਿਤੇ ਸਾਰੇ ਨਾਲ ਮਿਲ ਕੇ ਕੋਈ ਕੇਂਦਰ ਤੱਕ ਆਪਣਾ ਰੋਸ ਜਿਤਾਓਗੇ? ਮੈਂ ਤੇ ਰੋਸ ਹੀ ਜ਼ਾਹਰ ਕਰ ਰਹੀ ਹਾਂ ਜੀ, ਆ ਮੇਰੇ ਰੋਸ ਹੀ ਨੇ।
ਇਹ ਬਾਕੀ ਬੀਬੀ ਜੀ, ਬਾਕੀ ਬੀਬੀ ਜੀ, ਅਸੀਂ ਪਹਿਲਾਂ ਵੀ ਬੀਬੀ ਜੀ, ਅਸੀਂ ਕਰਕੇ ਸ਼ਤਾਬਦੀ ਜੀ, ਇਹ ਸ਼ਤਾਬਦੀ ਕਰਾਂਗੇ 21 ਨੂੰ ਭੋਗ ਪਾਵਾਂਗੇ ਉੱਥੇ ਗੋਦਰਪੁਰ ਚ, ਸਾਰੇ ਸਮਾਗਮ ਕਰਾਂਗੇ। ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੱਲ ਸਿੰਘ ਸਾਹਿਬ ਜੀ ਨਾਲ ਅਸੀਂ ਵਿਚਾਰ ਕਰ ਲਈ ਹੈ ਕਿ ਕੋਈ ਨਹੀਂ ਜੀ, ਸਾਡੇ ਕੋਲ ਬੜਾ ਮਹਾਨ ਤਖਤ ਹੈ ਜੀ, ਅਸੀਂ ਕਿੱਥੇ ਜਾਣਾ, ਅਸੀਂ ਸੜਕਾਂ ਤੇ ਜਾਈਏ, ਸਾਡੇ ਕੋਲ ਤਖਤ ਬੜਾ ਮਹਾਨ ਹੈ। ਸਾਡੇ ਇਹ ਤਖਤ, ਸਾਡੇ ਗੁਰਦੁਆਰੇ, ਸਾਡੇ ਦਰਬਾਰ ਸਾਹਿਬ ਸਭ ਆਜ਼ਾਦ ਇਹਨਾਂ ਸ਼ਹੀਦੀਆਂ ਕਰਕੇ ਹੋਏ। ਅਸੀਂ 21 ਤਰੀਕ ਰਾਤ ਨੂੰ ਸ਼ਾਮ ਦੇ ਸਮੇਂ ਦੇ ਉੱਤੇ ਦੀਵਾਨ ਸਜਾਵਾਂਗੇ, 2-3 ਘੰਟੇ ਅਸੀਂ ਕੀਰਤਨ ਕਰਾਂਗੇ, ਉੱਥੇ ਅਰਦਾਸ ਕਰਾਂਗੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ, ਤੇ ਉਹਨਾਂ ਨੂੰ ਸ਼ਹੀਦਾਂ ਨੂੰ ਅਸੀਂ ਸਨਮਾਨ ਕਰਾਂਗੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਾਂਗੇ। ਸਿੰਘ ਸਾਹਿਬ ਪ੍ਰਧਾਨ ਕਰਕੇ, ਕਿਉਂਕਿ ਮਾਨਯੋਗ ਸਿੰਘ ਸਾਹਿਬ ਜੀ ਨਾਲ ਕੱਲ੍ਹ ਵਿਚਾਰ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ